ਨਿਤ ਤੇਰੇ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਵੱਡ ਭਾਗੇ ਖਾਂ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਰੱਬੀ ਬਾਣੀ ਪੜ੍ਹ ਸੁਣ ਕੇ ਜੀਵਨ ਜਿਉਣ ਦਾ ਢੰਗ ਗੁਰੂ ਕੋਲੋਂ ਸਿੱਖ ਰਹੇ ਹਾਂ। ਸੁਭਾਵਕ ਹੈ, ਬੜਾ ਪਿਆਰਾ ਬਚਨ ਪੜ੍ਹਿਆ ਜਾ ਰਿਹਾ ਸੀ। ਸਤਿਗੁਰ ਸੱਜਣ ਜਿਨ੍ਹਾਂ ਨੂੰ ਮਿਲ ਜਾਂਦਾ ਉਹਨਾਂ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਜਿਉਣ ਦਾ ਉਹਨਾਂ ਨੂੰ ਢੰਗ ਤਰੀਕਾ ਆ ਜਾਂਦਾ। ਗੁਰੂ ਨਾ ਮਿਲੇ ਤਾਂ ਜ਼ਿੰਦਗੀ ਵਿਅਰਥ ਹੋ ਜਾਂਦੀ ਹੈ। ਸਤਿਗੁਰ ਜੀ ਬਾਰ-ਬਾਰ ਬਾਣੀ ਵਿੱਚ ਇਹੀ ਸਾਡੇ ਤੇ ਬਖਸ਼ਿਸ਼ ਕਰਦੇ ਆ, ਮਤ ਕੋ ਭਰਮ ਭੁੱਲੈ ਸੰਸਾਰ, ਮਤਾਂ ਕੋਈ ਇਹ ਭਰਮ ਭੁਲੇਖੇ ਵਿੱਚ ਰਵੇ। ਗੁਰਬਿਨ ਕੋਇ ਨਾ ਉਤਰਸ ਪਾਰ, ਗੁਰੂ ਤੋਂ ਬਿਨਾਂ ਕੋਈ ਵੀ ਪਾਰ ਨਹੀਂ ਉਤਰ ਸਕਦਾ। ਗੁਰੂ ਦਾ ਹੋਣਾ ਬੜਾ ਜ਼ਰੂਰੀ ਹੈ। ਸੋ ਆਓ ਸਤਿਗੁਰੂ ਜੀ ਸ਼ਬਦ ਰੂਪ ਹੋ ਕੇ ਜੋ ਸਿੱਖਿਆ, ਜੋ ਬਖਸ਼ਿਸ਼ ਸਾਡੇ ਤੇ ਕਰਦੇ ਆ, ਉਹ ਗੁਰੂ ਕੋਲੋਂ ਬਾਤਾਂ ਸਿੱਖੀਏ। ਚੱਲ ਰਹੀ ਲੜੀਵਾਰ ਸੋਧਾ ਰਹਿਰਾਸ ਬਾਣੀ ਦੀ ਵਿਚਾਰ, ਜਿਸ ਦੇ ਵਿੱਚ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਦੇ ਨਾਲ ਗੱਲ ਸਾਂਝੀ ਕੀਤੀ ਸੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ, ਮਾਧੋ ਮਾਇਆ ਦਾ ਪਤੀ, ਮਾਇਆ ਦਾ ਖਸਮ। ਇਹ ਵਾਹਿਗੁਰੂ ਪਰਮਾਤਮਾ ਜਿਨ੍ਹਾਂ ਨੂੰ ਤੇਰੀ ਸੰਗਤ ਮਿਲ ਜਾਂਦੀ ਹੈ ਉਹ ਤਰ ਜਾਂਦੇ ਆ। ਉਹਨਾਂ ਦੀਆਂ ਚਿੰਤਾਵਾਂ, ਉਹਨਾਂ ਦੇ ਫਿਕਰ ਸਾਰੇ ਦੂਰ ਹੋ ਜਾਂਦੇ ਆ ਜਦੋਂ ਸਤ ਸੰਗਤ ਦੀ ਵਿੱਚ ਆ ਕੇ ਗੁਰਬਾਣੀ ਪੜ੍ਹਦੇ ਤੇ ਗੁਰਬਾਣੀ ਜਿਹੜੇ ਸੁਣਦੇ ਆ। ਅੱਗੇ ਪੰਕਤੀ ਵਿੱਚ ਵਿਚਾਰ ਕੀਤੀ ਸੀ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੀ ਕਾਸ਼ਟ ਹਰਿਆ। ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਪਰਮ ਪਦਵੀ ਨੂੰ ਪਾ ਲਿਆ ਤੇ ਸੁੱਕੇ ਤੋਂ ਹਰੇ ਹੋ ਗਏ, ਰਸਮਈ ਹੋ ਗਏ, ਆਨੰਦ ਆ ਗਿਆ। ਜਿਹਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਸਦਾ ਦਾ ਵਿਗਾਸ, ਸਦਾ ਦਾ ਖੇੜਾ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਨਾਮ ਦੇ ਆਸਰੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸ਼ੁਰੂ ਕਰ ਲਈ। ਇੱਥੇ ਤੱਕ ਆਪ ਜੀ ਦੇ ਨਾਲ ਗੱਲ ਸਾਂਝੀ ਕੀਤੀ ਸੀ। ਅਗਲੀਆਂ ਪੰਕਤੀਆਂ ਵਿਚਾਰਨ ਤੋਂ ਪਹਿਲਾਂ ਗਰੀਬ ਨਵਾਜ਼ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਆ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਬਚਪਨ ਤੋਂ ਲੈ ਕੇ ਮਰਨ ਤੱਕ ਬੰਦਾ ਇੱਕੋ ਚੀਜ਼ ਦੀ ਆਸ ਤੇ ਜਿਉਂਦਾ, ਉਹ ਹੈ ਸਹਾਰਾ। ਬਚਪਨ ਸੀ, ਮਾਂ ਨੇ ਸਹਾਰਾ ਦਿੱਤਾ, ਇਹਨੂੰ ਪਾਲਿਆ, ਇਹਨੂੰ ਵੱਡਿਆਂ ਕੀਤਾ। ਜਦੋਂ ਇਹ ਬਿਰਧ ਅਵਸਥਾ ਤੱਕ ਪਹੁੰਚ ਗਿਆ, ਬਿਰਧ ਅਵਸਥਾ ਦੇ ਵਿੱਚ ਹੁਣ ਇਹ ਆਪਣੇ ਬੱਚਿਆਂ ਤੇ ਆਸ ਲਾ ਕੇ ਜੀ ਰਿਹਾ। ਆਸ ਖਤਮ ਨਹੀਂ ਹੋਈ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਨੇ ਜਦੋਂ ਇਸ ਪੱਖ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਆ ਨਾ, ਤੇ ਸਤਿਗੁਰੂ ਜੀ ਇੱਕੋ ਗੱਲ ਸਮਝਾਉਂਦੇ ਆ, ਬੰਦਿਆ ਇੱਕ ਗੱਲ ਚੇਤੇ ਰੱਖ, ਦੁਨੀਆ ਦੇ ਜਿੰਨੇ ਵੀ ਆਸਰੇ ਨੇ ਨਾ, ਜਿੰਨੇ ਵੀ ਆਸਰੇ ਪਰਨੇ ਨੇ, ਸਭ ਝੂਠ ਤੇ ਟਿਕੇ ਹੋਏ ਆ। ਭਾਵ ਜੋ ਕੁਝ ਤੂੰ ਕਰ ਰਿਹਾ, ਜੋ ਕੁਝ ਸਮਝ ਰਿਹਾ, ਇਹ ਸਭ ਝੂਠ ਤੇ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਂ ਕੀ ਕਰਾਂ? ਮੈਨੂੰ ਕੋਈ ਸੱਚਾ ਸਹਾਰਾ ਨਹੀਂ ਮਿਲ ਰਿਹਾ, ਮੈਨੂੰ ਕੋਈ ਸੱਚੀ ਟੇਕ ਨਹੀਂ ਮਿਲ ਰਹੀ। ਤੁਸੀਂ ਕਿਰਪਾ ਕਰੋ, ਮੈਨੂੰ ਸੱਚੀ ਟੇਕ, ਸੱਚਾ ਸਹਾਰਾ ਮਿਲ ਜੇ, ਜਿਹਦੇ ਨਾਲ ਜੁੜ ਕੇ ਮੈਂ ਆਪਣਾ ਜੀਵਨ ਜਿਹੜਾ ਉਹ ਸੌਖਾ ਕਰ ਸਕਾਂ। ਗੁਰੂ ਦੀ ਜਦੋਂ ਆਪਾਂ ਬਾਂਹ ਫੜਦੇ ਹਾਂ ਨਾ, ਮੈਂ ਬਾਰ-ਬਾਰ ਬੇਨਤੀ ਕਰਾਂ, ਗੱਲ ਚਿੰਤਾ ਦੀ ਚੱਲ ਰਹੀ ਹੈ। ਆਪਾਂ ਆਪਣੀ ਚਿੰਤਾ ਦੂਰ ਤਾਂ ਹੀ ਕਰ ਸਕਦੇ ਹਾਂ ਜੇ ਗੁਰੂ ਦਾ ਪੱਲਾ ਪਕੜਾਂਗੇ, ਜੇ ਗੁਰੂ ਦੀ ਬਾਂਹ ਪਕੜ ਕੇ ਤੁਰਾਂਗੇ। ਜਿਸ ਦਿਨ ਸਾਨੂੰ ਇਹ ਭਰੋਸਾ ਵੱਜ ਗਿਆ ਕਿ ਵੀ ਗੁਰੂ ਤੋਂ ਬਿਨਾਂ ਸਾਡਾ ਕੋਈ ਸਹਾਰਾ ਬਣ ਹੀ ਨਹੀਂ ਸਕਦਾ, ਬਹੁਤੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਹੁਣ ਗੁਰੂ ਨੇ ਇੱਕ ਗੱਲ ਆਖੀ, ਧਰ ਜੀਅਰੇ ਇੱਕ ਟੇਕ ਤੂੰ ਲਾ ਕੇ ਵਿਡਾਨੀ ਆਸ। ਆ ਜਿੰਨੀਆਂ ਵੀ ਆਸਾਂ ਤੂੰ ਸੰਸਾਰ ਤੇ ਰੱਖੀ ਬੈਠਾ ਨਾ, ਸਾਰੀਆਂ ਲਾ ਕੇ ਪਰਾਂ ਸੱਟ ਦੇ, ਇਹਨਾਂ ਨੂੰ ਦੂਰ ਕਰ ਦੇ ਆਪਣੀ ਜ਼ਿੰਦਗੀ ਚੋਂ, ਮਿਟਾ ਦੇ ਆਪਣੇ ਜੀਵਨ ਦੇ ਵਿੱਚੋਂ। ਪਰ ਸਤਿਗੁਰ ਮੈਂ ਕਿਵੇਂ ਕਰਾਂ? ਮੈਂ ਇਹ ਆਸਾਂ ਕਿਵੇਂ ਛੱਡਾਂ? ਇੱਕ ਬਚਨ ਆਪਾਂ ਪੜ੍ਹਦੇ ਹਾਂ, ਜਦੋਂ ਸੁਖਮਨੀ ਸਾਹਿਬ ਬਾਣੀ ਤੁਸੀਂ ਪੜ੍ਹਦੇ ਹੋ, ਇੱਕ ਬਚਨ ਆਉਂਦਾ ਹੈ, ਸਤਿਗੁਰ ਫਿਰ ਇਹਨੂੰ ਸਮਝਾਉਂਦੇ ਆ। ਵੇਖੋ, ਜਦੋਂ ਬੱਚਾ ਗਲਤੀ ਕਰਦਾ ਹੈ ਨਾ, ਮਾਂ ਬਾਪ ਦਾ ਫਰਜ਼ ਹੁੰਦਾ ਹੈ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਬਾਰ-ਬਾਰ ਉਹਨੂੰ ਸਮਝਾਉਂਦੇ ਆ, ਬਾਰ-ਬਾਰ ਉਹਨੂੰ ਸਮਝਾ ਕੇ ਰਸਤੇ 'ਤੇ ਪਾਉਂਦੇ ਆ। ਬਸ ਗੁਰੂ ਕੋਲ ਵੀ ਇਹੀ ਕਰਮ ਹੈ ਸਾਡੇ ਦੇ ਲਈ, ਗੁਰੂ ਸਾਡੇ ਲਈ ਵੀ ਇਹੀ ਕਰਦਾ। ਗੁਰੂ ਫਿਰ ਕਹਿੰਦਾ ਹੈ, ਜਿੰਨੇ ਵੀ ਆਸਰੇ ਤੂੰ ਮੰਨ ਕੇ ਬੈਠਾ ਹੈ ਨਾ, ਇਹ ਸਭ ਦੁਨਿਆਵੀ ਨੇ, ਤੇ ਦੁਨਿਆਵੀ ਜਿੰਨੇ ਵੀ ਆਸ ਨੇ, ਜਿੰਨੀਆਂ ਵੀ ਟੇਕਾਂ ਨੇ, ਇਹਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਸਭ ਵਿਅਰਥ ਨੇ, ਕੋਈ ਵੀ ਨਾਲ ਚੱਲਣ ਵਾਲੀ ਨਹੀਂ, ਕੋਈ ਵੀ ਤੇਰਾ ਸਹਾਰਾ ਨਹੀਂ ਬਣ ਪਾਏਗਾ। ਮਾਨੁਖ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਹੁਣ ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਿਓ। ਰੱਬ ਨੇ ਜਿੰਨੇ ਵੀ ਸਹਾਰੇ ਦੁਨਿਆਵੀ ਬਣਾਏ ਨੇ ਨਾ, ਇਹ ਰੱਬ ਨੇ ਬਣਾਏ ਆ ਭਾਵੇਂ, ਪਰ ਇਹ ਸਭ ਜਰੀਆ ਤੇ ਹੋ ਸਕਦਾ, ਪਰ ਅਸਲ ਟੇਕ ਨਹੀਂ ਹੋ ਸਕਦੀ। ਵੇਖੋ, ਕੋਈ ਜਰੀਆ ਬੰਦਾ ਲੱਭਦਾ, ਕੋਈ ਬੰਦਾ ਤਰੀਕਾ ਢੰਗ ਲੱਭਦਾ ਕਿ ਵੀ ਇਸ ਮੁਕਾਮ ਤੱਕ ਪਹੁੰਚਣਾ ਹੈ। ਉਹ ਢੰਗ ਤਰੀਕਾ ਕੀ ਹੈ, ਉਹ ਜਰੀਆ ਕੀ ਹੈ, ਉਹ ਕੁਝ ਵੀ ਹੋ ਸਕਦਾ ਹੈ। ਮਾਂ ਇੱਕ ਜਰੀਆ ਹੈ, ਪਿਤਾ ਇੱਕ ਜਰੀਆ ਹੈ, ਭੈਣ ਭਰਾ ਇੱਕ ਜਰੀਆ ਨੇ, ਅਸਲ ਦੇ ਵਿੱਚ ਸੱਚ ਸਹਾਰਾ ਨਹੀਂ। ਤੁਸੀਂ ਵੇਖਿਆ ਸੰਸਾਰ ਦੇ ਉੱਤੇ ਕਈ ਵਾਰ ਮਾਂ ਵੀ ਸਾਥ ਛੱਡ ਜਾਂਦੀ ਹੈ, ਪਿਤਾ ਵੀ ਸਾਥ ਛੱਡ ਜਾਂਦਾ ਹੈ, ਜਿਨ੍ਹਾਂ ਨੂੰ ਗਲ ਲੱਗ ਲੱਗ ਕੇ ਮਿਲਦਾ ਸੀ ਉਹ ਭੈਣ ਭਰਾ ਵੀ ਸਾਥ ਛੱਡ ਜਾਂਦੇ ਨੇ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਇਹ ਥੋੜ੍ਹਾ ਚਿਰੀ ਤਾਂ ਸਹਾਰੇ ਹੋ ਸਕਦੇ ਆ, ਪਰ ਜ਼ਿੰਦਗੀ ਭਰ ਦੇ ਸਹਾਰੇ ਨਹੀਂ। ਇਸੇ ਕਰਕੇ ਮਾਨੁਖ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਅਗਲੀ ਗੱਲ, ਇਹ ਗੱਲ ਤਾਂ ਤੇਰੇ ਨਾਲ ਮੈਂ ਸਾਂਝੀ ਕਰ ਰਿਹਾ ਕਿ ਵੀ ਦੇਣ ਵਾਲਾ ਇੱਕੋ ਭਗਵਾਨ ਹੈ, ਕਿਉਂਕਿ ਦੁਨੀਆ ਦੇ ਦਿੱਤੇ ਹੋਏ ਨਾਲ ਤੂੰ ਕਦੀ ਰੱਜ ਨਹੀਂ ਪਾਏਗਾ। ਜਦੋਂ ਗੁਰੂ ਤੈਨੂੰ ਦੇਗਾ ਨਾ, ਜਿਸ ਕੈ ਦਿਆ ਰਹਿ ਅਘਾਏ, ਇਹਦੇ ਦਿੱਤੇ ਦੇ ਨਾਲ ਤੂੰ ਰੱਜ ਜਾਏਗਾ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਦੁਨੀਆ ਦੇ ਉੱਤੇ ਐਸਾ ਕੋਈ ਬੰਦਾ ਨਹੀਂ ਦਾਅਵਾ ਕਰਕੇ ਕਹਿ ਦੇ ਕਿ ਮੈਂ ਰੱਜ ਗਿਆ। ਧਰਮ ਦੀ ਦੁਨੀਆ ਦੇ ਅੰਦਰ
ਜਿਹੜੇ ਇਹ ਕਹਿੰਦੇ ਆ ਨਾ ਮੈਂ ਰੱਜ ਕੇ ਆ, ਇਹਦਾ ਮਤਲਬ ਹੈ ਸੱਚ ਦੇ ਰਾਹ ਤੇ ਤੁਰੇ ਹੋਏ ਨੇ। ਤੇ ਜਿਹੜਾ ਸੱਚ ਦੇ ਰਾਹ ਤੇ ਤੁਰ ਪੈਂਦਾ ਉਹ ਸੱਚੀ ਰੱਜ ਜਾਂਦਾ ਹੈ। ਆ ਕੂੜ ਦੇ ਪ੍ਰਵਾਸਿਆਂ ਦੇ ਵਿੱਚ, ਆਪਣੇ ਸਹਾਰਿਆਂ ਦੇ, ਇਹਨਾਂ ਵਿੱਚ ਆਪਣਾ ਜੀਵਨ ਬਰਬਾਦ ਨਹੀਂ ਉਹ ਕਰਦਾ। ਉਹਨੂੰ ਪਤਾ ਲੱਗ ਜਾਂਦਾ ਕਿ ਸਭ ਵਿਅਰਥ ਹੀ ਕਹਾਣੀ ਹੈ, ਅਸਲ ਦੇ ਵਿੱਚ ਸੱਚ ਦੇ ਰਾਹ ਤੇ ਤੁਰਿਆ ਹੀ ਮੰਜ਼ਿਲ ਪ੍ਰਾਪਤ ਹੋਣੀ ਹੈ। ਜਿਸਕੈ ਦੀਏ ਰਹਿ ਅਗਾਏ। ਅਗਲੀ ਗੱਲ ਸਤਿਗੁਰੂ ਜੀ ਕਹਿੰਦੇ ਆ, ਤੂੰ ਸੱਚ ਦੇ ਨਾਮ ਨੂੰ ਆਧਾਰ ਬਣਾ। ਇੱਥੇ ਮੈਂ ਫਿਰ ਬੇਨਤੀ ਕਰਦਿਆਂ ਆਪ ਜੀ ਦੇ ਚਰਨਾਂ 'ਚ, ਗੁਰੂ ਅਮਰਦਾਸ ਮਹਾਰਾਜ, ਮੈਂ ਗੱਲ ਇੱਥੋਂ ਸ਼ੁਰੂ ਕੀਤੀ ਹੈ, ਧਰ ਜੀਅਰੇ ਇੱਕ ਟੇਕ ਤੂੰ ਲਾ ਕੇ ਵਿਡਾਨੀ ਆਸ, ਉੱਥੇ ਹੀ ਆਵਾਂਗੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਰੱਬਾ, ਜਿੱਦਣ ਦਾ ਤੇਰਾ ਤੇ ਮੇਰਾ ਆਪਸੀ ਸੰਬੰਧ ਬਣਿਆ ਨਾ, ਜਿੱਦਣ ਦਾ ਤੇਰਾ ਤੇ ਮੇਰਾ ਪ੍ਰੇਮ ਵਧਿਆ, ਤੇਰੇ ਤੇ ਮੇਰੇ ਵਿੱਚ ਇੱਕ ਸੱਚ ਦਾ ਰਾਹ ਜਿਹੜਾ ਹੈ ਨਾ, ਉਸ ਰਾਹ ਦੇ ਵਿੱਚ ਮੈਨੂੰ ਸਿਰਫ ਤੇ ਸਿਰਫ ਰੱਜ ਨਜ਼ਰ ਆਉਂਦਾ ਹੈ, ਤ੍ਰਿਸ਼ਨਾ ਨਜ਼ਰ ਨਹੀਂ ਆਉਂਦੀ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿੱਦਣ ਦਾ ਸੱਚ ਨਾਲ ਵਾਸਤਾ ਪਾਇਆ, ਸਾਰੀਆਂ ਭੁੱਖਾਂ ਹੀ ਗਵਾਚ ਗਈਆਂ ਨੇ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਉਦਣ ਦੀਆਂ ਸਾਰੀਆਂ ਇੱਛਾਵਾਂ ਵੀ ਪੂਰੀਆਂ ਹੋ ਗਈਆਂ ਨੇ। ਜਿਸਕੈ ਦੀਏ ਰਹਿ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੈ ਆਏ। ਜਿਹਦੇ ਦਿੱਤੇ ਨਾਲ ਤੂੰ ਰੱਜ ਜਾਏਗਾ, ਮੁੜ ਤ੍ਰਿਸ਼ਨਾ ਨਹੀਂ ਤੈਨੂੰ ਵਿਆਪੇਗੀ। ਮਾਰੈ ਰੱਖੈ ਇੱਕ ਉਹ ਆਪ, ਮਾਨੂੰ ਕਹਿ ਕਿਛ ਨਾਗੀ ਘਾਤ। ਮਾਰਨ ਵਾਲਾ ਵੀ ਉਹ, ਰੱਖਣ ਵਾਲਾ ਵੀ ਉਹ, ਬੰਦੇ ਦੇ ਹੱਥ ਵਿੱਚ ਕੀ ਹੈ। ਹੁਣ ਇਹਨੂੰ ਵੀ ਥੋੜ੍ਹਾ ਜਿਹਾ ਸਮਝਿਓ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਆ ਟੇਕ ਜੇ ਸਹਾਰੇ ਨੇ ਨਾ, ਥੋੜੇ ਚਿਰ ਨੇ, ਜ਼ਿਆਦਾ ਦੇਰ ਨਹੀਂ ਤੂੰ ਟਿਕ ਸਕਦਾ। ਇੱਕ ਸ਼ਾਹੂਕਾਰ ਦਾਨ ਵੰਡ ਰਿਹਾ, ਇੱਕ ਸ਼ਾਹੂਕਾਰ ਗਰੀਬਾਂ ਨੂੰ ਕੁਝ ਦੇ ਰਿਹਾ, ਖਾਣ ਦੇ ਲਈ, ਪੀਣ ਦੇ ਲਈ, ਕੋਈ ਕੱਪੜੇ ਵਸਤਰ ਦੇ ਰਿਹਾ। ਇੱਕ ਫਕੀਰ ਲੈਣ ਵਿੱਚ ਲੱਗਾ ਹੋਇਆ। ਜਦੋਂ ਨੇੜੇ ਆਉਂਦਾ ਨਾ, ਵਾਰੀ ਫਕੀਰ ਦੀ ਆਈ। ਹੁਣ ਤੱਕ ਜਿੰਨਿਆਂ ਨੇ ਵੀ ਸ਼ਾਹੂਕਾਰ ਕੋਲ ਮੰਗਿਆ ਨਾ, ਉਹਨਾਂ ਨੇ ਹੱਥ ਅੱਡਿਆ, ਉਹਨਾਂ ਨੇ ਹੱਥ ਕੀਤਾ। ਦੇਖੋ, ਜਦੋਂ ਆਪਾਂ ਵੀ ਗੁਰੂ ਕੋਲ ਆਉਂਦੇ ਹਾਂ, ਸੁਭਾਵਕ ਹੈ ਸਾਡੇ ਹੱਥ ਜੁੜਦੇ ਨੇ, ਆਪਾਂ ਵੀ ਪੱਲਾ ਅੜਦੇ ਹਾਂ, ਸਾਡੀ ਝੋਲੀ ਵਿੱਚ ਖੈਰ ਪਾ, ਆਪਾਂ ਵੀ ਅੜਦੇ ਹਾਂ। ਪਰ ਇੱਕ ਅਜੀਬ ਜੀ ਘਟਨਾ ਜੀ ਵਾਪਰ ਗਈ ਸ਼ਾਹੂਕਾਰ ਦੇ ਨਾਲ। ਜਿਹੜਾ ਵੀ ਆਉਂਦਾ ਹੱਥ ਅੱਡ ਕੇ ਉਹਦੀ ਹੱਥ ਦੇ ਵਿੱਚ, ਉਹਦੀ ਝੋਲੀ ਦੇ ਵਿੱਚ ਸ਼ਾਹੂਕਾਰ ਕੋਈ ਨਾ ਕੋਈ ਚੀਜ਼ ਪਾ ਦਿੰਦਾ। ਫਕੀਰ ਆਇਆ, ਉਹਨੇ ਹੱਥ ਨਹੀਂ ਅੱਗੇ ਕੀਤੇ। ਉਹ ਸ਼ਾਹੂਕਾਰ ਕਹਿੰਦਾ ਹੈ, ਜਦੋਂ ਉਹਨੂੰ ਬੜੇ ਧਿਆਨ ਦੇ ਨਾਲ ਉਹ ਤੱਕਦਾ ਹੈ ਨਾ, ਬੜੇ ਧਿਆਨ ਦੇ ਨਾਲ ਵੇਖਦਾ ਹੈ, ਉਹਨੂੰ ਅਹਿਸਾਸ ਹੁੰਦਾ ਹੈ ਕੋਈ ਫਕੀਰ ਹੈ, ਇਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ, ਰੱਬ ਰੱਬ ਕਰਨ ਵਾਲਾ। ਫਿਰ ਵੀ ਉਹ ਕਹਿੰਦਾ, ਉਹਨੂੰ ਕਹਿਣ ਲੱਗਾ, ਫਕੀਰ ਸਾਈਂ ਵੇਖ, ਸਾਰਿਆਂ ਨੇ ਕੁਝ ਮੰਗਣ ਤੋਂ ਪਹਿਲਾਂ ਹੱਥ ਅੱਡੇ ਨੇ, ਤੂੰ ਵੀ ਆਪਣਾ ਹੱਥ ਅੱਗੇ ਕਰ, ਝੋਲੀ ਕਰ, ਤਾਂ ਕਿ ਮੈਂ ਤੇਰੀ ਝੋਲੀ ਵਿੱਚ ਕੁਝ ਪਾ ਦਿਆਂ। ਹੁਣ ਉਹ ਫਿਰ ਬੜੇ ਧਿਆਨ ਦੇ ਨਾਲ ਵੇਖਦਾ, ਜਦੋਂ ਨਹੀਂ ਨਾ ਉਹ ਹੱਥ ਕਰਦਾ ਅੱਗੇ, ਉਹ ਧਿਆਨ ਨਾਲ ਵੇਖਦਾ ਇਹਦੇ ਤੇ ਹੱਥ ਵੀ ਦੋਵੇਂ ਨੇ, ਤਾਂ ਵੀ ਨਹੀਂ ਇਹ ਕਰ ਰਿਹਾ। ਫਿਰ ਉਹਦਾ ਮਨ ਕਰਦਾ ਮੈਂ ਤੋਂ ਪੁੱਛਾਂ ਕਿ ਵੀ ਤੂੰ ਹੱਥ ਕਿਉਂ ਨਹੀਂ ਕਰ ਰਿਹਾ ਅੱਗੇ। ਸੁਭਾਵਕ ਹੈ, ਉੱਤੋਂ ਰਹਿ ਨਾ ਹੋਇਆ। ਉਹ ਕਹਿੰਦਾ ਕਿ ਵੀ ਤੂੰ ਕਿਉਂ ਨਹੀਂ ਹੱਥ ਅੱਗੇ ਕਰ ਰਿਹਾ, ਤੇਰੇ ਹੱਥ ਵੀ ਸਲਾਮਤ ਨੇ, ਬੋਲ ਵੀ ਤੂੰ ਰਿਹਾ ਹੈ। ਫਕੀਰ ਕਹਿੰਦਾ ਹੈ, ਮੈਂ ਲੈਣ ਕੁਝ ਨਹੀਂ ਆਇਆ, ਮੈਂ ਹੱਥ ਤੇਰੇ ਅੱਗੇ ਅੱਡਾਂ ਕਿਵੇਂ, ਮੈਨੂੰ ਤਾਂ ਕੁਝ ਚਾਹੀਦਾ ਹੀ ਨਹੀਂ। ਉਹ ਕਹਿਣ ਲੱਗਾ, ਜੇ ਕੁਝ ਚਾਹੀਦਾ ਹੀ ਨਹੀਂ ਤੈਨੂੰ ਤਾਂ ਤੂੰ ਲੈਣ ਵਿੱਚ ਕਿਉਂ ਲੱਗਾ। ਕਹਿਣ ਲੱਗੇ, ਉਹ ਸ਼ਾਹੂਕਾਰ ਨੂੰ ਕਹਿੰਦਾ, ਫਕੀਰ ਸਾਈਂ ਕਹਿਣ ਲੱਗਾ, ਸ਼ਾਹੂਕਾਰ ਜੀ ਮੇਰੀ ਇੱਕ ਗੱਲ ਸਮਝ ਵਿੱਚ ਆਉਂਦੀ ਹੈ,
ਮੈਂ ਤਾਂ ਬੜੇ ਧਿਆਨ ਨਾਲ ਵੇਖਦਾ ਸੀ ਕਿ ਵੀ ਜਿਹੜਾ ਆਉਂਦਾ ਤੇਰੇ ਅੱਗੇ ਹੱਥ ਅੜਦਾ ਹੈ। ਮੈਂ ਜਦੋਂ ਧਿਆਨ ਮਾਰਿਆ ਨਾ ਆਪਣੇ ਨਿਰੰਕਾਰ ਵੱਲ, ਮੇਰਾ ਧਿਆਨ ਗਿਆ ਆਪਣੇ ਰੱਬ ਵੱਲ, ਮੈਂ ਤੇ ਉਹਦੇ ਅੱਗੇ ਹੱਥ ਅੱਡਦਾ, ਸਾਰੇ ਤੇਰੇ ਅੱਗੇ ਅੜਦਿਆਂ ਵੇਖ ਕੇ ਮੈਨੂੰ ਖਿਆਲ ਆਇਆ ਜੇ ਇਹਦੇ ਅੱਗੇ ਅੱਡਣੇ ਨੇ ਤੇ ਜਿਹਦੇ ਅੱਗੇ ਰੋਜ਼ ਅੜਦਾ ਉਹਦੇ ਅੱਗੇ ਚੰਗਾ ਨਹੀਂ, ਤੇਰੇ ਅੱਗੇ ਫਿਰ ਮੈਂ ਕਿਉਂ ਅੱਡਾਂ, ਤੇਰੇ ਅੱਗੇ ਮੈਂ ਕਿਉਂ ਝੋਲੀ ਫੈਲਾਵਾਂ। ਮੈਂ ਆਪਣੇ ਰੱਬ ਅੱਗੇ ਹੀ ਝੋਲੀ ਫੈਲਾਵਾਂਗਾ, ਤੇਰੇ ਅੱਗੇ ਨਹੀਂ ਫੈਲਾਵਾਂਗਾ। ਕਿਉਂ? ਕਿਉਂਕਿ ਮੇਰਾ ਰੱਬ ਸਭ ਤੋਂ ਵੱਡਾ ਦਾਤਾ ਹੈ, ਉਹਦੇ ਵਰਗਾ ਦਾਤਾ ਕੋਈ ਨਹੀਂ। ਤੂੰ ਕੀ ਮੈਨੂੰ ਦੇ ਸਕਦਾ ਹੈ? ਆ 4-5 ਚੀਜ਼ਾਂ ਇਕੱਠੀਆਂ ਕਰਕੇ ਤੂੰ ਮੈਨੂੰ ਦੇ ਸਕਦਾ ਹੈ, ਪਰ ਮੇਰਾ ਰੱਬ ਤਾਂ ਇਹ ਤੇਰੇ ਤੋਂ ਵੀ ਬੇਅੰਤ ਹੈ। ਪਤਾ ਨਹੀਂ ਕਿੰਨਾ ਕੁਝ ਉਹ ਲੈ ਕੇ ਬੈਠਾ ਹੈ, ਮੁੱਠ ਖੋਲੇ ਸਾਰਾ ਸੰਸਾਰ ਮੇਰੀ ਝੋਲੀ ਵਿੱਚ ਪਾ ਦੇ। ਦਾਤਾ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇ ਮੇਰਾ ਦਾਤਾ ਤੇ ਆ ਹੈ। ਸ਼ਾਹੂਕਾਰ ਪੈਰਾਂ ਵਿੱਚ ਡਿੱਗ ਗਿਆ, ਕਹਿਣ ਲੱਗਾ ਮੈਂ ਤੇ ਐਵੇਂ ਹੰਕਾਰ ਵਿੱਚ ਫੁੱਲਿਆ ਫਿਰਦਾ, ਆਪਣੇ ਆਪ ਨੂੰ ਦਾਤਾ ਮੰਨ ਕੇ ਬੈਠਾ, ਮੇਰੇ ਤੇ ਹੱਥ ਵਿੱਚ ਹੀ ਕੁਝ ਨਹੀਂ। ਆ 4 ਕੁ ਚੀਜ਼ਾਂ ਦਾ ਕੀ ਮੈਂ ਮਾਣ ਕਰਾਂ। ਮਾਰੈ ਰੱਖੈ ਇੱਕੋ ਆਪ ਮਾਨੁ ਕੈ ਕਿਛ ਨਾ ਹੀ ਖਾਤ। ਬੰਦੇ ਦੇ ਹੱਥ ਵਿੱਚ ਕੁਝ ਨਹੀਂ ਹੈ। ਐਵੇਂ ਭਰਮ ਵਿੱਚ ਨਾ ਪਾਓ, ਐਵੇਂ ਭੁਲੇਖਿਆਂ ਵਿੱਚ ਨਾ ਪੈ ਜਾਇਆ ਕਰੀਏ ਕਿ ਵੀ ਬੰਦੇ ਕੋਲ ਹੀ ਬੜਾ ਕੁਝ ਹੈ। ਨਹੀਂ ਸਾਧ ਸੰਗਤ, 4 ਗੱਡੀਆਂ ਆ ਕੋਠੀਆਂ ਵੇਖ ਕੇ ਬੰਦੇ ਦਾ ਸਹਾਰਾ ਨਾ ਲਈਏ, ਰੱਬ ਦਾ ਸਹਾਰਾ ਲਈਏ, ਕਿਉਂਕਿ ਰੱਬ ਇਹਦੇ ਤੋਂ ਵੀ ਵੱਡਾ ਹੈ। ਇਹ ਉਹੀ ਤਾਂ ਦੇਣ ਵਾਲਾ ਹੈ ਨਾ। ਸਤਿਗੁਰੂ ਜੀ ਕਹਿੰਦੇ ਮੈਂ ਬਾਰ-ਬਾਰ ਤੈਨੂੰ ਸਮਝਾਉਣਾ, ਧਰ ਜੀਅਰੇ ਇੱਕ ਟੇਕ ਤੂੰ। ਜੇ ਤੂੰ ਸਹਾਰਾ ਹੀ ਲੈਣਾ ਹੈ ਨਾ ਤੇ ਰੱਬ ਦਾ ਸਹਾਰਾ ਲੈ। ਧਰ ਜੀਅਰੇ ਇੱਕ ਟੇਕ ਤੂੰ, ਲਾ ਕੇ ਵਡਾਨੀ ਆਸ। ਜਿੰਨੀਆਂ ਦੂਜੀਆਂ ਸਹਾਰਿਆਂ ਤੇ ਟਿਕਿਆ ਹੋਇਆ, ਜਿਹੜਾ ਮਨ ਤੇਰਾ ਦੂਜਿਆਂ ਤੇ ਟਿਕਿਆ ਹੋਇਆ, ਉਹ ਭਲਿਆ ਇਸ ਮਨ ਨੂੰ ਚੁੱਕ ਕੇ ਗੁਰੂ ਦੇ ਚਰਨਾਂ 'ਚ ਰੱਖ। ਜਿੱਦਣ ਗੁਰੂ ਦੇ ਚਰਨਾਂ 'ਚ ਆ ਗਿਆ, ਇਹ ਦੂਜਿਆਂ ਦੇ ਪੈਰਾਂ 'ਚ ਡਿੱਗਣਾ ਬੰਦ ਹੋ ਜਾਏਗਾ। ਧਰ ਜੀਅਰੇ ਇੱਕ ਟੇਕ ਤੂੰ, ਲਾ ਕੇ ਵਡਾਨੀ ਆਸ। ਤੇ ਨਾਲ ਇੱਕ ਕੰਮ ਹੋਰ ਕਰੀ। ਦੇਖੋ ਸਤਿਗੁਰੂ ਜੀ ਕਦੀ ਵੀ ਅੱਧ ਵਿਚਾਲੇ ਨਹੀਂ ਛੱਡਦੇ, ਰੱਬ ਦੇ ਨਾਲ ਵੀ ਜੋੜਦੇ ਆ ਤੇ ਰੱਬ ਕਰਨ ਦੇ ਲਈ ਵੀ ਕਹਿੰਦੇ ਆ। ਇਹ ਨਾ ਹੋਵੇ ਝੁਕੇ ਰੋਜ਼ ਤੇ ਰੱਬ ਤਾਂ ਵੀ ਨਾ ਤੂੰ ਕਰੇ। ਕਿਉਂਕਿ ਸਾਡੇ ਇੱਕ ਭਾਵਨਾ ਹੁੰਦੀ ਹੈ, ਚਲੋ ਸਭ ਦੇ ਅੰਦਰ ਦੀ ਇੱਕ ਭਾਵਨਾ ਹੁੰਦੀ ਹੈ, ਹੋਣੀ ਚਾਹੀਦੀ ਹੈ। ਆਪਾਂ ਪਤਾ ਕੀ ਕਰਦੇ ਆ, ਇੱਕ ਵਾਰੀ ਜਿਹੜੀ ਚੀਜ਼ ਸਾਡੇ ਹੱਥ ਵਿੱਚ ਆ ਗਈ ਨਾ, ਜਿਸ ਨੇ ਦਿੱਤੀ ਮੁੜ ਕੇ ਅਸੀਂ ਉਹਨੂੰ ਪੁੱਛਦੇ ਨਹੀਂ। ਇਹੀ ਕਹਾਣੀ ਸੇਮ ਆਪਾਂ ਗੁਰੂ ਦੇ ਨਾਲ ਵਰਤਾ ਦਿੰਦੇ ਆ, ਰੱਬ ਦੇ ਨਾਲ ਵੀ ਅਸੀਂ ਇਸੇ ਤਰ੍ਹਾਂ ਕਰ ਲੈਂਦੇ ਆ। ਜੇ ਰੱਬ ਨੇ ਸਾਨੂੰ ਕੋਈ ਚੀਜ਼ ਦੇ ਦਿੱਤੀ ਹੈ ਨਾ, ਮੁੜ ਕੇ ਉਹਦੇ ਤੋਂ ਹੀ ਪੱਲਾ ਝਾੜ ਜਾਂਦੇ ਆ। ਜਿਹਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਆ ਕੇਤੇ ਲੈ ਲੈ ਮੁੱਕਰ ਪਾਏ, ਮੁੱਕਰ ਜਾਂਦੇ। ਕਿਉਂਕਿ ਮੁੱਕਰਨਾ, ਪਿੱਛੇ ਹਟਣਾ, ਇਹ ਸਾਡੀ ਆਦਤ, ਸਾਡੀ ਇੱਕ ਫਿਤਰਤ ਬਣੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਆ ਪਹਿਲੀ ਗੱਲ ਤੇ ਸਹਾਰਾ ਗੁਰੂ ਦਾ ਲਈ। ਜੇ ਸਹਾਰਾ ਗੁਰੂ ਦਾ ਲਿਆ ਹੈ ਨਾ, ਫਿਰ ਗੁਰੂ ਦਾ ਲੈ ਕੇ ਗੁਰੂ ਨੂੰ ਹੀ ਕਿਤੇ ਭੁੱਲ ਨਾ ਜਾਈ। ਗੁਰੂ ਦਾ ਹੀ ਖਾ ਕੇ, ਗੁਰੂ ਕੋਲ ਹੀ ਲੈ ਕੇ ਗੁਰੂ ਨੂੰ ਹੀ ਕਿਤੇ ਯਾਦ ਕਰਨਾ ਨਾ ਭੁੱਲ ਜੀ। ਮੈਂ ਤੈਨੂੰ ਦੱਸਦਾ, ਧਰ ਜੀਅਰੇ ਇੱਕ ਟੇਕ ਤੂੰ, ਲਾ ਕੇ ਵਡਾਨੀ ਆਸ। ਨਾਨਕ ਨਾਮ ਧਿਆਈਐ। ਤੂੰ ਨਾਮ ਨੂੰ ਜ਼ਰੂਰ ਧਿਆਈ, ਤੂੰ ਰੱਬ ਨੂੰ ਜ਼ਰੂਰ ਜਪੀ। ਇੱਕ ਛੋਟੀ ਜੀ ਬੇਨਤੀ ਖਿਆਲ ਵਿੱਚ ਆਈ। ਮੰਗਿਆ ਤੇ ਭਗਤ ਫਰੀਦ ਜੀ ਵਰਗਿਆਂ ਨੇ ਵੀ ਰੱਬ ਕੋਲੋਂ ਹੀ ਹੈ, ਦੁਨੀਆ ਦੇ ਕੋਲੋਂ ਤਾਂ ਉਹਨਾਂ ਨੇ ਵੀ ਨਹੀਂ ਮੰਗਿਆ। ਕਿਤੇ ਗੁਰਬਾਣੀ ਦੇ ਅੰਦਰ ਕਿਤੇ ਵੀ ਇਹੋ ਜਿਹੀ ਪੰਕਤੀ ਭਗਤ ਸਾਹਿਬਾਨਾਂ ਨੇ ਉਚਾਰਨ ਕਰਕੇ ਸਾਨੂੰ ਦੱਸੀ ਹੋਵੇ ਕਿ ਵੀ ਅਸੀਂ ਇਸ ਬੰਦੇ ਕੋਲੋਂ ਮੰਗਦੇ ਨਜ਼ਰ ਆ ਰਹੇ ਹਾਂ। ਜਦੋਂ ਵੀ ਮੰਗਿਆ ਰੱਬ ਕੋਲੋਂ ਮੰਗਿਆ। ਇੱਕ ਬਚਨ ਮੇਰੇ ਖਿਆਲ ਵਿੱਚ ਆ ਰਿਹਾ, ਭਗਤ ਫਰੀਦ ਜੀ ਦਾ, ਸ਼ਾਇਦ ਜੇਕਰ ਮੈਂ ਭੁੱਲਦਾ ਨਾ ਹੋਵਾਂ। ਭਗਤ ਫਰੀਦ ਜੀ ਕਹਿੰਦੇ, ਰੱਬਾ ਮੈਂ ਵੀ ਤੇਰੇ ਕੋਲੋਂ ਮੰਗਦਾ, ਪਰ ਮੈਂ ਉਹ ਨਹੀਂ ਮੰਗਣਾ ਜੋ ਦੁਨੀਆ ਮੰਗਦੀ ਹੈ। ਮੈਂ ਕਦੀ ਤੇਰੇ ਕੋਲੋਂ ਬਿਨਸਨ ਹਾਰ, ਜਿਹੜੀ ਚੀਜ਼ ਬਿਨਸਨ ਵਾਲੀ, ਉਹ ਮੈਂ ਕਦੀ ਨਹੀਂ ਤੇਰੇ ਕੋਲੋਂ ਮੰਗਾਂਗਾ। ਜਿਹੜੀ ਚੀਜ਼ ਵਿੱਚ ਥੋੜ ਚਿਰੀ ਸੁੱਖ ਪਿਆ, ਮੈਂ ਕਦੀ ਉਹ ਨਹੀਂ ਮੰਗਾਂਗਾ। ਮੈਂ ਹਮੇਸ਼ਾ ਤੇਰੇ ਕੋਲੋਂ ਉਹ ਮੰਗਾਂਗਾ ਜਿਹਦੇ ਵਿੱਚ ਸਦੀਵੀ ਸੁੱਖ ਪਿਆ ਹੋਇਆ।
कदी तुसी भी अपने अंदर ये झात मारी कि भी रब्बा मैं तो चीज़ां ही तेरे कोलों वो मंगदा ਜਿਹੜੀਆਂ सिर्फ थोड़ चिर सुख दियां ਹੁੰਦੀਆਂ ने, मैनू वो सुख चाहिए जिहड़ा सदीवी होवे। आपां कदी गुरु नूं कोई क्या ये गल नहीं कही। भगत फरीद जी तो सीखीए फिर आपां। भगत फरीद जी कहंदे रब्बा मैं भी पल्ला अड्डण लगा, मैं भी झोली तेरे अगे करन लगा, पर फरीद दी झोली दे विच ओ चीज़ां ना पाई जो चीज़ां तू दुनिया दी झोली विच पाउना दातिया। शेख फरीदा खैर दीजै बंदगी, तेरे कोलों मैं बंदगी मंगण आया, तेरे कोलों मैं नाम दी दात मंगण आया। देखो नाम संतोखिया उतरै मन की भुख, मैनू नाम दा दात दे ताकि मैं संतोखी हो जा, मेरी भुख लै दे। सतगुरु जी कहंदे जिस दिन तू सहारा गुरु नू बना लेंगा ना, जिस दिन सहारा तू रब नू बना लेंगा ना, उस दिन दुनिया ते सहारियां ते नहीं टिकिया रहेगा। मैं यही तो तेनू दस रहा, जनन पिता लोक सुत बनता कोई ना किसकी धरिया, कोई भी किसे दा नहीं है। ये जिन्ने भी ने ना, भावें जनन भाव जनन का अर्थ है माँ, पिता लोक भाव संसार लुकाई विच वसदे, सुत का अर्थ है पुत्र, बनता का अर्थ है जी इस्त्री। ये जिन्ने भी सहारे ने ये दुनियावी सिर्फ जरिया हो सकते ने। वैसे ना धन गुरु ग्रंथ साहिब महाराज जी की बाणी के अंदर इन्हां नूं सतगुरु जी कहंदे आ ये पूर्व जन्म दे मिले हुए संजोगी ने। आपां कई बार एक बचन पढ़ते हैं, पूर्व जन्म के मिले संजोगी अंतै को ना सहाई। अंत नूं इन्हां विचों कोई भी सहायता करने वाला नहीं, कोई भी मददगार नहीं। इस गल दा ते सानूं भरोसा होना चाहिए। कोई जानै कवन इहां जग मीत, कौन जानता कि भी इत्थे जग ते किसी का कोई मित्र है, कौन जानता कोई एक दूजे का सहारा है, कोई किसी का सहारा नहीं। इसे करके सतगुरु जी कहते आ जनन पिता लोक सुत बनता कोई ना किसकी धरिया। बड़ियां गल्लां ने धन गुरु ग्रंथ साहिब महाराज जी की बाणी दे अंदर, ते बड़ी वार सतगुरु जी इहो जिहियां गल्लां दा जिक्र कर जांदे। एक गुरु अमरदास महाराज जी का बचन कह के अगे तुरना चाहुंदा। सतगुरु जी कहंदे एक कुटुंब तू जो देखदा, जो भी आपां आ गिणिया जनन पिता लोक सुन बनेता परिवार कुटुंब जो कुछ भी है, ਇਹਦੇ बारे गुरु अमरदास महाराज एक खुलासा करते आ, ਇਹ ਕੁਟੰਬ तुझे देखदा ਚੱਲੈ नाही तेरे नाले, साथ तेरे ਚੱਲੈ नाही तिस नाल क्यों चित लाइए। जदों सहारा ही ये तेरे नाल नहीं चलना तो ये नाल चित क्यों ला के बैठा होया, ये नाल क्यों अपनियां मन दियां गूढ़ियां प्रीतां पा के बैठा, अपने मोह नूं क्यों नहीं तू खत्म करदा। सतगुरु जी कहते आ एक कुटुंब तुझे देखदा ਚੱਲੈ नाही तेरे नाले, साथ तेरे ਚੱਲੈ नाही तिस नाल क्यों चित लाइए। सतगुरु कहते ऐसा कम मूले ना कीचै जित अंत पछताइए, सतगुर का उपदेश सुन तू होवे तेरे नाले, कोई ना किसकी धरिया, कोई किसे दा नहीं पर गुरु का उपदेश तो तेरे नाल है। सो सतगुर प्यारा मेरा नाल है, जिथे किथे मैनू ले छड़ाए। सहारा बना के तो वेख ओनू, टेक लैके तो वेख ओदी एक बारी, वो तो जिथे भी जाएगा तेनू उत्थे रब तेरे नाल ही होएगा। गा के वगाए एक बचन आपां होर पढ़ते हैं, चलो इससे परथाए वो बचन है। सतगुरु जी कहते जाको मुश्किल अत बने ढोई कोई ना दे, लागू होए दुश्मना साक पे भज खले, सारे सहारे भज जान। वेख्या तुसी जदों मुसीबत आउंदी है, अत दे करीबी जेड़े सुख वेले आके कोल बैठते सन, दुख आया वो भी भज जाते आ, नस जाते आ। उन्होंने सतगुरु जी कहते जाको मुश्किल अत बने ढोई कोई ना दे, लागू होए दुश्मना साक पे भज खले, सबो पजै आसरा चुकै सब असराओ, चित आवे उस पार ब्रह्म लगे ना तत्ती वाओ। किते सहारा गुरु दा लै ली तत्ती वाह तेनू ओ लगन नहीं देगा।
माफ़ करना, आपां सहारा गुरु दा लिया ही नहीं, आपां दे देह धारियां दे सहारियां ते जी रहे हैं, आपां दे बाबियां दे सहारियां ते जी रहे हैं, आपां दे माफ़ करना पत्थरां दे सहारियां ते जी रहे हैं। कदों तक आपां इहो जे सहारियां ते जींदे रवांगे? सतगुरु जी कहते आ, जनन पिता लोक सुध बनता, कोई ना किसकी धरिया, सिर सिर रिजक संभाखे ठाकुर, काखे मन भौ करया। क्यों तू अपने मन के अंदर एक डर जा पैदा करके बैठा है? देन वाला रब है, रब ने तेरा रिजक तेनू दे ही देना है, तेरा रिजक किसी नू नहीं, तेनू ही उन्हें देना, ये फिक्र ना तू कर। बंदे नू कई बार चिंता होंदी है ना कि भी आ चीज़ किते रब दूजे नू ना दे दे। वेख जे तां उन्हें तेरे लिए बनाई है ते तेनू ही उन्हें देनी है, जे दूजे लिए बनाई है फिर उन्हें दूजे ने रब तो खो के भी तू लै नहीं सकदा। ये नहीं कि भी तू कहेगा कि मैं रब तो खो लांगा, चीज़ मैनू क्यों नहीं दिती। रोसा कुछ चिर दा हो सकता है, पर जिन्नू उन्हें देनी है उन्होंने दे ही देनी है। इसे करके सतगुरु जी कहते सिर सिर रिजक संभाल। हे मन तू क्यों डरदा है? हे मना क्यों तू अपने आप नू डिगन डोले वाले पासे लैके जाना है? पालनहारा प्रभु हरेक जीव नू आप ही रिजक दे रहा है, कोई नहीं किसी नू रिजक दे रहा, रब आप ही सब नू दे रहा है। ऊडे उड़ आवै सै कोसा, तिस पाछै बतरे छरिया। मैं अज तुहाडे 5 मिनट फालतू लवांगा, माफ़ करना। किन्नी कमाल दी गल है, जिन्ने भी संसार ते रब ने जीव बनाए है ना, सारे मनुख दा पानी भरदे आ। क्यों? सरदार कौन है? मनुख ही है ना। इस धरती में तेरी सरदारी होना तो ये चाहिए सी, जिन्ने जीव ने बंदे तो सिख दे। पर मेरे सतगुरु जी ने कैहो जी कमालता कर दी। सतगुरु जी ने आख्या बंदिया जे तेरी समझ विच फिर भी नहीं ना लगता, तू इन्हां पंछियां तो सिख लै, तू इन्हां जानवरां तो सिख लै, तेरे नालों कई गुणा चंगे ने। हालांकि सारे एदा पानी भरदे आ, एदे तो डरदे आ, पर सतगुरु जी कहते तू इन्हां तो सिख लै। हुण सतगुरु जी ने इतों कूंज तो सानू एक गल सिखा दी, एवें घाबर जाना है, एवें चिंता विच पै जाना है। आ मैं तेनू एक गल समझावां, उड़ै उड़ आवै सै कोसा, उड उड के कूंज बड़ी दूर चली जाती है। काहदे लई? अपने बच्चों के रिजक दे लई। पर उन्होंने किसी गल की चिंता नहीं हुंदी। बंदा घरों चला जाए तो अपने बच्चों की चिंता पै जाती, पिछे रहेगा कौन, इन्हों खवाएगा कौन, इन्हों पालेगा कौन। माँ 10 मिनट बच्चे तो दूर हो जाए, माँ को चिंता पै जाती मेरे बच्चे को कुछ हो ना जाए, इनू दुध कौन पियाएगा, इनू रोटी कौन खवाएगा, चिंता है। पर सतगुरु जी कहते बंदिया उस कूंज तो सिख। वो कूंज कोहा कोहा तक उड़ के दूर चली जाती है, इक्को सहारे ते कि मेरा रब बैठा है उन्होंने दे सिर दे उत्ते। मेरा रब जदों तक बैठा है उन्होंने कोई छू नहीं सकता। सतगुरु जी कहते उड़े उड़े ऊड आवै सै कोसा, तिस पाछै बचरे छरिया। अपने बच्चे छड़ जाती है, किस सहारे ते? तिन कवण खिलावै कवण चुगावै, उन्होंने कोई चिंता नहीं। सतगुरु जी कहते मन मैं सिमरन करया, सिर्फ इक्को याद रब दी, मेरा रब बैठा इन्हों पालेगा। जे मैं नाम ही वापस आई कोई गल नहीं, मेरा रब इन्हों रिजक देगा। सो सतगुरु जी अगे कहते आ, सब निधान 10 अष्ट सिधान, ठाकुर कर तल धरिया। हे पालनहार प्रभु, जगत दे सारे खजाने ते 18 सिद्धियां मानो तेरे हत्थां दियां तलियां दे उत्ते रखे होए आ। मैं पंक्ति तुहाडे नाल सांझी कर चुकिया, दाता दात रखी हथ अपना है। हुण दात रब दी तली दे उत्ते है। तुसीं आखोगे भी मैं दात खोलां, नहीं, किसी बंदे दे कोलों कोई चीज़ खोई जा सकती है। जिवें बच्चा बच्चे तो कोई चीज़ खो लैंदा है, मन विच रोसा हो सकता है। बंदा बंदे दे कोलों लड़ के किसी भी तरीके नाल कोई चीज़ खो सकता है। पर मैं बेनती करा, रब नाल तुसीं किवें लड़ोगे? रब दे नाल किवें तुसीं बहस बसैया करोगे? किहड़े थाणे विच जाके रब दे बारे रिपोर्ट लगाओगे कि रब मैनूं आ नहीं दिंदा?
ਦੁਨੀਆ ਦੀ ਹਰੇਕ ਚੀਜ਼ ਕੀਤੀ ਜਾ ਸਕਦੀ ਹੈ, ਪਰ ਰੱਬ ਬਾਰੇ ਤੁਸੀਂ ਕੁਝ ਨਹੀਂ ਕਰ ਸਕਦੇ। ਉਹਦੇ ਖੱਤ ਦੇ ਵਿੱਚ ਦਾਤ ਹੈ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਭਾਵੇ। ਜਿਹਨੂੰ ਦਿਨਾ ਉਹੀ ਪਾਉਂਦਾ, ਦਾਤਾ ਹੈ ਦਾਤ ਰੱਖੀ ਹੱਥੇ ਆਪਣਾ, ਜਿਸ ਭਾਵੈ ਤਿਸ ਦੇ। ਜਿਹੜਾ ਕਿ ਰੱਬਾ ਤੈਨੂੰ ਭਾ ਜਾਂਦਾ, ਤੂੰ ਆਪਣੀ ਤਲੀ ਤੋਂ ਚੁੱਕ ਕੇ ਉਹਦੀ ਤਲੀ ਤੇ ਟਿਕਾਣ ਲੱਗਿਆ ਇੱਕ ਸਕਿੰਟ ਨਹੀਂ ਲਾਉਂਦਾ। ਪਰ ਇਹ ਤੇਰੀ ਰਹਿਮਤ ਹੋਵੇ ਤਾਂ, ਕਿਉਂਕਿ ਤੂੰ ਤੇ ਪਾਲਣਹਾਰ ਹੈ। ਸਤਿਗੁਰੂ ਜੀ ਕਹਿੰਦੇ ਆ ਉਹਦੀ ਤਲੀ ਤੇ ਭਾਈ ਨਵ ਨਿਧੀਆਂ 18 ਸਿੱਧੀਆਂ ਟਿਕੀਆਂ ਹੋਈਆਂ ਨੇ, ਪਰ ਪਾਏਗਾ ਉਹ ਜਿਹਨੂੰ ਉਹ ਦੇਗਾ। ਤੇ ਲਾਸਟ ਵਿੱਚ ਫਿਰ ਸਤਿਗੁਰੂ ਜੀ ਕਹਿੰਦੇ ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਹੇ ਵਾਹਿਗੁਰੂ ਮੈਂ ਤੇਰੇ ਤੋਂ ਬਲਿਹਾਰੇ ਜਾਨਾ, ਬਲ ਜਾਨਾ ਤੇਰੇ ਤੋਂ, ਮੈਂ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਜਾਨਾ ਬਲਿਹਾਰੇ, ਕਿਉਂਕਿ ਤੇਰੇ ਅੰਤ ਦਾ ਕੋਈ ਪਾਰਾਵਾਰ ਹੀ ਨਹੀਂ ਹੈ। ਤੂੰ ਤੇ ਬੇਅੰਤ ਹੈ, ਕਿਤੋਂ ਵੀ ਤੇਰਾ ਅੰਤ ਨਹੀਂ ਨਜ਼ਰ ਆਉਂਦਾ। ਜਿੱਥੋਂ ਵੀ ਨਜ਼ਰ ਮਾਰਦਾ ਤੂੰ ਬੇਅੰਤ ਹੀ ਨਜ਼ਰ ਆਉਂਦਾ ਹੈ। ਚਲੋ ਇੱਥੇ ਬੋਲਿਆ ਜਾ ਸਕਦਾ, ਆਪਾਂ ਕਈ ਵਾਰ ਇਸ ਚੀਜ਼ ਦੀ ਵਿਚਾਰ ਕਰ ਚੁੱਕੇ ਹਾਂ। ਸਤਿਗੁਰ ਦਾਤਾ ਕਿਰਪਾ ਕਰੇ। ਅਗਲਾ ਜਿਹੜਾ ਬਚਨ ਹੈ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ, ਕੱਲ ਇਸ ਬਚਨ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗਾ ਜੀ। ਇਸ ਬਚਨ ਦੀ ਵਿਚਾਰ ਕਰਦੇ ਹਾਂ ਕਿਉਂਕਿ 3 ਭਾਗਾਂ ਦੇ ਅੰਦਰ ਆਪਾਂ ਇਸ ਬਚਨ ਨੂੰ ਵਿਚਾਰਨ ਦਾ ਯਤਨ ਕੀਤਾ ਹੈ। ਸਤਿਗੁਰ ਦਾਤਾ ਕਿਰਪਾ ਕਰੇ ਸਾਡੇ ਹਿਰਦੇ ਦੇ ਅੰਦਰ ਇਹ ਵਿਚਾਰਾਂ ਬਹਿ ਜਾਣ ਤੇ ਬਚਨਾਂ ਅਨੁਸਾਰ ਸਾਨੂੰ ਜੀਵਨ ਜਿਉਣਾ ਆਦੇ ਜੀ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ